दया निध दोखन देखत है पर देत ना हारा। तुम दाते ठाकुर प्रतिपालक नायक खसम हमारे। निमख निमख तुम ही प्रतिपल हो हम बारिक तुमरे तारे। जेहवा एक कवन गुण कहिया बेसुमार बेअंत स्वामी। तिरुवंत नग नहीं लहिया कोट अपराध हमारे खंड हो। अनेक विधि समझाव हो हम अज्ञान अल्प मत थोरी। तुम अपन बिरद रखाव हो तुमरी शरण तुम्हारी आशा। तुम ही सज्जन सुहेले रखो रखनहार दयाला। नानक घर के गोले रखो रखनहार दयाला। नानक घर के गोले दत्ता दाता एक है सब कौ देवनहार। दे दे टोट न आवई अगणत भरे पंडार। पतत पावन कृपा निधान भगत वशल। चवर छतर तखत सिंहासन दे मालक। जुगो जोगे अटल गरीब निवाज सतगुरु। दीन दुनिया दे मालक। गद्दी उत्ते विराजमान दसां पातशाहियां दी जोत। राज आन राज पान आन भान। देवान देव उपमा महान ऐसे महान सतगुरु। धन 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 सतगुरु श्री गुरु ग्रंथ साहिब जी महाराज। तिन्हां दी पावन पवित्र हजूरी अंदर जुड़ बैठे गुरु रूप गुरु खालसा साध संगत जीओ। रसना नु करो पवित्र गद के फतेह बुलाओ। वाहिगुरु जी का खालसा वाहिगुरु जी की फतेह। सतगुरां ने महान बख्शिश रहमत कृपा दयालता कृपालता कीती है। साडे बड़े ही सत्कारयोग साडे वीर जी भाई गुर आसीस सिंह तिन्हां उत्ते सतगुरां ने रहमत कीती। नवें घरां दी सतगुरां ने उन्हां नूं बख्शिश कीती है। और सतगुरु जी की गुरबाणी के अनुसार सगल विधि जुर आहर करिया। तजियो सगल आदेसा कारज सगल आरंभ्यो घर का ठाकुर का भरोसा। उस वाहिगुरु अकाल पुरख का शुकराना करदिया होया भाई गुर आसीस सिंह तिन्हां दे समुचे परिवार ने एकत्र हो करके धन धन सतगुरु श्री गुरु ग्रंथ साहिब जी महाराज जी तिन्हां दे पावन पवित्र चरण अपने गृह विखे परस करके सुखमनी सुख अमृत प्रभ नाम भगत जना का मन विश्राम। श्री सुखमनी साहिब जी के पाठ संगति रूप दे विच करवाए। उपरंत गुरु घर के कीर्तनीय ਸਿੰਘਾਂ ਵੱਲੋਂ गुरबाणी जी का शब्द कीर्तन आप संगतां नूं सरवण करवाया गया है।
ਜਿੱਥੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਪਰਿਵਾਰ ਹਾਜ਼ਰ ਹੈ, ਰਿਸ਼ਤੇਦਾਰ ਹਾਜ਼ਰ ਹਨ, ਸੰਗਤਾਂ ਹਾਜ਼ਰ ਹਨ, ਉੱਥੇ ਸਿੱਖ ਪੰਥ ਦੀ ਮਾਇਨਾਜ਼ ਹਸਤੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਜੋ ਪਰਿਵਾਰ ਦੇ ਨਾਲ ਬਹੁਤ ਸਨੇਹ ਰੱਖਦੇ ਨੇ, ਪਿਆਰ ਰੱਖਦੇ ਨੇ, ਉਹ ਵੀ ਪਰਿਵਾਰ ਵੱਲੋਂ ਜੋ ਉਹਨਾਂ ਨੂੰ ਸੱਦਾ ਭੇਜਿਆ ਗਿਆ, ਸੱਦੇ ਨੂੰ ਕਬੂਲ ਕਰਦਿਆਂ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਹਨ। ਔਰ ਪਰਿਵਾਰ ਜਿੱਥੇ ਸਤਿਗੁਰਾਂ ਦਾ ਸ਼ੁਕਰਾਨਾ ਕਰ ਰਿਹਾ ਹੈ ਔਰ ਆਪਣੇ ਗ੍ਰਹਿ ਵਿਖੇ ਸਤਿਗੁਰਾਂ ਦੇ ਚਰਨ ਪਰਸ ਕਰਕੇ ਸਤ ਸੰਗਤ ਕਰ ਰਿਹਾ ਹੈ। ਸੰਗਤ ਜੀ, ਸਤ ਸੰਗਤ ਬੜੇ ਵੱਡੇ ਭਾਗ ਹੋਣ ਤਾਂ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਗੁਰਬਾਣੀ ਜੀ ਦੇ ਵਿੱਚ ਕਹਿੰਦੇ ਹਨ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਜਿਨ੍ਹਾਂ ਉੱਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ ਉਹ ਸਤ ਸੰਗਤ ਦੇ ਵਿੱਚ ਬੈਠਦੇ ਨੇ। ਵਿਦਵਾਨਾਂ ਅਨੁਸਾਰ ਗੋ ਨਾਮ ਧਰਤੀ ਦਾ ਹੈ, ਬਿੰਦ ਨਾਮ ਪਾਲਣਾ ਕਰਨ ਵਾਲੇ ਦਾ ਹੈ। ਗੋ ਇੰਦਰੀਆਂ ਨੂੰ ਵੀ ਕਹਿੰਦੇ ਨੇ ਔਰ ਗਊ ਗਰੀਬ ਨੂੰ ਵੀ ਕਹਿੰਦੇ ਨੇ। ਜਿਹੜਾ ਇੰਦਰੀਆਂ ਦੀ ਪਾਲਣਾ ਕਰਨ ਵਾਲਾ, ਗਊ ਗਰੀਬ ਦੀ ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ, ਜਿਨ੍ਹਾਂ ਉੱਤੇ ਉਹ ਕਿਰਪਾ ਕਰਦਾ ਹੈ ਉਹਨਾਂ ਨੂੰ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਇਹ ਵੀ ਬਚਨ ਕਰਦੇ ਹਨ, ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇ ਮਿਲਾਤ। ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪ੍ਰਸੰਨ ਹੋਵੇ ਉਹਨਾਂ ਦਾ ਸਤ ਸੰਗਤ ਦੇ ਨਾਲ ਮਿਲਾਪ ਹੁੰਦਾ ਹੈ। ਠਾਕੁਰ ਦੇ ਪਦ ਛੇਦ ਕਰਕੇ ਵਿਦਵਾਨਾਂ ਨੇ ਅਰਥ ਕੀਤੇ ਹਨ। ਠਾ ਨਾਮ ਹੈ ਸਥਿਤੀ ਕਰਨ ਵਾਲੇ ਦਾ, ਟਿਕਾਉਣ ਵਾਲੇ ਦਾ। ਕੋ ਕਹਿੰਦੇ ਨੇ ਪੈਦਾਇਸ਼ ਕਰਨ ਵਾਲੇ ਨੂੰ, ਉਤਪਤੀ ਕਰਨ ਵਾਲੇ ਨੂੰ। ਔਰ ਰਾ ਨਾਮ ਹੈ ਨਾਸ ਕਰਨ ਵਾਲੇ ਦਾ, ਲੈਤਾ ਕਰਨ ਵਾਲੇ ਦਾ। ਸਥਿਤੀ ਕਰਨ ਵਾਲਾ, ਟਿਕਾਉਣ ਵਾਲਾ, ਪੈਦਾਇਸ਼ ਕਰਨ ਵਾਲਾ, ਉਤਪਤੀ ਕਰਨ ਵਾਲਾ, ਲੈਤਾ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ। ਔਰ ਜਿਨ੍ਹਾਂ ਉੱਤੇ ਪਰਮੇਸ਼ਰ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਝੱਖੜ ਝਾਗੀ ਮੀਂਹੋ ਵਰਸਾ ਭੀ ਗੁਰ ਦੇਖਣ ਜਾਈ। ਇਹ ਵੀ ਬਚਨ ਗੁਰਬਾਣੀ ਦੇ ਵਿੱਚ ਆਉਂਦੇ ਹਨ। ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਲੰਘ ਗੁਰੂ ਪਹਿ ਜਾਈ। ਕੈਸੀ ਵੀ ਪਰਿਸਥਿਤੀ ਹੋਵੇ, ਮੀਂਹ ਪਵੇ, ਝੱਖੜ ਆਵੇ, ਵਰਫ ਵਰਸੇ ਕਾ ਪਾਲਾ ਪਵੇ, ਚਿੱਕੜ ਹੋਵੇ, ਪਰ ਗੁਰਸਿੱਖ ਆਪਣਾ ਨਿਯਮ ਨਹੀਂ ਛੱਡਦੇ। ਔਰ ਬਹੁਤ ਵਾਰੀ ਸੰਗਤ ਦੀ ਆਪ ਜੀ ਨੇ ਇਹ ਵੀ ਬਚਨ ਗੁਰਬਾਣੀ ਦੇ ਵਿੱਚ ਸੁਣੇ ਹਨ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਵੱਡ ਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਜਿਹੜੇ ਭਾਗਹੀਣ ਹੁੰਦੇ ਹਨ, ਨਿਭਾਗੇ ਹੁੰਦੇ ਹਨ, ਉਹ ਚੋਟਾਂ ਹੀ ਖਾਂਦੇ ਨੇ। ਔਰ ਭਾਗਾਂ ਤੋਂ ਬਗੈਰ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਔਰ ਸੰਗਤ ਕੀਤੀ ਤੋਂ ਬਗੈਰ ਸੰਗਤ ਜੀ ਸਾਡੇ ਮਨ ਦੀ ਮੈਲ ਜਿਹੜੀ ਨਹੀਂ ਉਤਰਦੀ। ਜਿੰਨੇ ਵੀ ਧਰਮ ਸ਼ਾਸਤਰ ਹੋਏ ਹਨ, ਜਿੰਨੇ ਵੀ ਸੰਸਾਰ ਦੇ ਵਿੱਚ ਧਰਮ ਹੋਏ ਹਨ, ਪੀਰ ਪੈਗੰਬਰ ਔਲੀਏ ਗੁਰੂ ਪੀਰ ਹੋਏ ਹਨ, ਸਾਰਿਆਂ ਨੇ ਸਤ ਸੰਗਤ ਦੀ ਬਹੁਤ ਵੱਡੀ ਮਹਿਮਾ ਕਥਨ ਕੀਤੀ ਹੈ। ਸਤ ਸੰਗਤ ਦੀ ਬਹੁਤ ਭਾਰੀ ਮਹਿਮਾ ਉਹਨਾਂ ਨੇ ਦੱਸੀ ਹੈ। ਇੱਕ ਵਿਦਵਾਨ ਮਹਾਂਪੁਰਖ ਸਤ ਸੰਗਤ ਦੀ ਮਹਿਮਾ ਬਾਰੇ ਲਿਖਦੇ ਹਨ। ਉਹ ਕਹਿੰਦੇ ਹਨ, ਇੱਕ ਤੋਂ ਦੂਣੇ ਹੋਣ ਤਿੰਨਾਂ ਦੇ,
ਜੋ ਸਤ ਸੰਗਤ ਚਲ ਆਵਣ। ਜਿਹੜੇ ਸਤ ਸੰਗਤ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਭਾਗ ਦੁੱਗਣੇ ਹੋ ਜਾਂਦੇ ਨੇ। ਔਰ ਅੱਗੇ ਉਹ ਲਿਖਦੇ ਨੇ, ਦੂਣਿਓ ਚਾਉਣੇ ਹੋਣ ਤਿਨਾਂ ਦੇ ਜੋ ਆਵਣ ਤੇ ਹਰ ਗੁਣ ਗਾਵਣ। ਸਤ ਸੰਗਤ ਵਿੱਚ ਆ ਕਰਕੇ ਜਿਹੜੇ ਆਉਂਦੇ ਨੇ, ਕਥਾ ਕੀਰਤਨ ਸਰਵਣ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਸਰਵਣ ਕਰਦੇ ਨੇ, ਉਹਨਾਂ ਦੇ ਭਾਗ ਦੂਣਿਆਂ ਤੋਂ ਵੀ ਚੌਣੇ ਹੋ ਜਾਂਦੇ ਨੇ, 4 ਗੁਣਾ ਵੱਧ ਹੋ ਜਾਂਦੇ ਨੇ। ਔਰ ਅੱਗੇ ਉਹ ਵਿਦਵਾਨ ਮਹਾਂਪੁਰਖ ਲਿਖਦੇ ਹਨ, ਚੌਣਿਓ ਅਠਾਉਣੇ ਹੋਣ ਤਿੰਨਾਂ ਦੇ ਜਿਹੜੇ ਆਵਣ ਹਰ ਗੁਣ ਗਾਵਣ ਤੇ ਮਨ ਵਸਾਵਣ। ਜਿਹੜੇ ਆਉਂਦੇ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ ਔਰ ਉਹਨਾਂ ਨੂੰ ਮਨ ਵਿੱਚ ਵਸਾਉਂਦੇ ਨੇ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣ ਕੇ ਫਿਰ ਉਹਨੂੰ ਮਨ ਦੇ ਵਿੱਚ ਵਸਾ ਕੇ, ਫਿਰ ਮਨ ਦੇ ਵਿੱਚ ਵਸਾ ਕੇ ਉਹਨੂੰ ਪਿਆਰ ਕਰਨਾ, ਉਸ ਵਾਹਿਗੁਰੂ ਨੂੰ ਪਰਮੇਸ਼ਰ ਦੇ ਨਾਲ ਜੁੜਨਾ। ਇਹੀ ਸਤ ਸੰਗਤ ਦੇ ਵਿੱਚ ਆਉਣ ਦਾ ਬੜਾ ਵੱਡਾ ਮਹਾਤਮ ਹੈ। ਔਰ ਅੱਗੇ ਉਹ ਵਿਦਵਾਨ ਮਹਾਂਪੁਰਖ ਲਿਖਦੇ ਹਨ, ਮੂੜੀ ਗੁੱਲ ਤਿਨਾਂ ਦੀ ਹੋਈ ਜਿਹੜੇ ਮੁੱਢੋਂ ਹੀ ਪੈਰ ਨਾ ਪਾਵਨ। ਔਰ ਗੁਰਬਾਣੀ ਦੇ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਵਿੱਚ ਆਪ ਰੋਜ਼ਾਨਾ ਇਹ ਸ਼ਬਦ ਸਰਵਣ ਕਰਦੇ ਹੋ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀ ਵਾਸ। ਜਿਹੜੇ ਉਹ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਸਤ ਸੰਗਤ ਨਹੀਂ ਕਰਦੇ, ਉਹਨਾਂ ਦਾ ਜਿਉਣਾ ਧ੍ਰਿਗ ਹੈ। ਔਰ ਵਿਦਵਾਨਾਂ ਨੇ ਜਿਹੜੇ ਧ੍ਰਿਗ ਦੇ ਅਰਥ ਕੀਤੇ ਹਨ ਸੰਗਤ ਜੀ, ਕਿਸੇ ਨੂੰ ਇੱਕ ਵਾਰੀ ਲਾਹਨਤ ਪਾ ਦਈਏ ਨਾ, ਉਹੋ ਹੀ ਬੜੀ ਹੁੰਦੀ ਹੈ। ਔਰ ਵਿਦਵਾਨ ਕਹਿੰਦੇ ਨੇ 100 ਵਾਰੀ ਕਿਸੇ ਨੂੰ ਲਾਹਨਤ ਪਾਈਏ ਤਾਂ ਇੱਕ ਫਿੱਟ ਲਾਹਨਤ ਬਣਦੀ ਹੈ। ਔਰ 100 ਵਾਰੀ ਕਿਸੇ ਨੂੰ ਫਿੱਟ ਲਾਹਨਤ ਪਾਈ ਤਾਂ ਇੱਕ ਧ੍ਰਿਗ ਬਣਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਸਤਿਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਉਂਦੇ, ਸਤ ਸੰਗਤ ਨਹੀਂ ਕਰਦੇ, ਉਹਨਾਂ ਦਾ ਜਿਉਣਾ ਧ੍ਰਿਗ ਹੈ। ਸੰਗਤ ਜੀ, ਸਤ ਸੰਗਤ ਦੀ ਪਰਿਭਾਸ਼ਾ ਇਹ ਵੀ ਜਾਣਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਤ ਸੰਗਤ ਦੇ ਪਦ ਛੇਦ ਕਰਕੇ ਮਹਾਂਪੁਰਖਾਂ ਨੇ ਅਰਥ ਕੀਤੇ ਹਨ। ਸਤ ਤੋਂ ਭਾਵ ਹੈ ਕਦੀ ਨਾਸ਼ ਨਾ ਹੋਣ ਵਾਲਾ, ਉਹ ਹੈ ਅਕਾਲ ਪੁਰਖ ਵਾਹਿਗੁਰੂ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਹਨ, ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ। ਉਹ ਆਦ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਸੰਗ ਤੋਂ ਭਾਵ ਹੈ ਭਲੀ ਪ੍ਰਕਾਰ। ਔਰ ਸਤ ਤੋਂ ਭਾਵ ਹੈ ਕਦੀ ਨਾਸ਼ ਨਾ ਹੋਣ ਵਾਲਾ। ਸੰਗ ਤੋਂ ਭਾਵ ਹੈ ਭਲੀ ਪ੍ਰਕਾਰ। ਔਰ ਗਤ ਤੋਂ ਭਾਵ ਹੈ ਪ੍ਰਾਪਤੀ। ਜਿਸ ਥਾਂ ਉੱਤੇ ਬੈਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਨੇ। ਔਰ ਬੜੇ ਵੱਡੇ ਭਾਗ ਹਨ ਇਸ ਪਰਿਵਾਰ ਦੇ। ਭਾਈ ਗੁਰ ਅਸੀਸ ਸਿੰਘ, ਜਿਨ੍ਹਾਂ ਉੱਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਉਹਨਾਂ ਨੂੰ ਨਵੇਂ ਘਰਾਂ ਦੀ ਬਖਸ਼ਿਸ਼ ਕੀਤੀ ਹੈ। ਜਿਹੜੀ ਸਤ ਸੰਗਤ ਹੁੰਦੀ ਹੈ ਨਾ ਸੰਗਤ ਜੀ, ਇਹਦਾ ਅਸਰ ਨਿਰਾ ਇਨਸਾਨਾਂ ਤੇ ਨਹੀਂ, ਪਸ਼ੂ ਪੰਛੀਆਂ ਤੇ ਵੀ ਇਹਦਾ ਅਸਰ ਹੁੰਦਾ ਹੈ। ਇੱਕ ਛੋਟੀ ਜਿਹੀ ਸਾਖੀ ਆਪ ਸੰਗਤਾਂ ਦੇ ਨਾਲ ਸਾਂਝੀ ਕਰਕੇ ਮੈਂ ਮੁਆਫੀ ਮੰਗ ਲੈਣੀ ਹੈ, ਕਿਉਂਕਿ ਸਾਡੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਨੇ ਵੀ ਆਪ ਜੀ ਦੇ ਨਾਲ ਬਚਨ ਸਾਂਝੇ ਕਰਨੇ ਹਨ। ਇੱਕ ਵਾਰ ਇੱਕ ਵਪਾਰੀ ਕੋਲੇ 2 ਤੋਤੇ ਹੁੰਦੇ ਨੇ। ਇੱਕ ਤੋਤੇ ਨੇ ਸਾਧਾਂ ਦੀ ਸੰਗਤ ਕੀਤੀ ਹੁੰਦੀ ਹੈ, ਔਰ ਇੱਕ ਤੋਤੇ ਨੇ ਚੋਰਾਂ ਡਾਕੂਆਂ ਚੁਗਲਾਂ ਨਿੰਦਕਾਂ ਦੀ ਸੰਗਤ ਕੀਤੀ ਹੁੰਦੀ ਹੈ। ਔਰ ਇੱਕ ਰਾਜਾ ਆਉਂਦਾ ਹੈ ਉਸ ਵਪਾਰੀ ਕੋਲ, ਉਹ ਕਹਿੰਦਾ ਵੀ ਮੈਂ ਤੋਤੇ ਖਰੀਦਣੇ ਨੇ। ਉਹ ਤੋਤੇ ਨਾ ਆਪਣੀ ਮਰਜ਼ੀ ਦੇ ਨਾਲ ਹੀ ਬੋਲਦੇ ਨੇ। ਜਦੋਂ ਵਪਾਰੀ ਰਾਜਾ ਜੀ ਨੂੰ ਕਹਿੰਦਾ ਰਾਜਾ ਜੀ, ਤੋਤੇ ਜਿਹੜਾ ਇਹ ਅੰਦਰ ਵਾਲਾ ਤੋਤਾ ਹੈ, ਇਹਦੀ ਕੀਮਤ 1 ਲੱਖ ਰੁਪਈਆ ਹੈ, ਔਰ ਜਿਹੜਾ ਬਾਹਰ ਵਾਲਾ ਤੋਤਾ ਹੈ ਉਹਦੀ ਕੀਮਤ 5000 ਰੁਪਏ ਹੈ। ਰਾਜਾ ਕਹਿੰਦਾ ਵਪਾਰੀ ਜੀ, ਇਹਨਾਂ ਤੋਤਿਆਂ ਦੀ ਕੀਮਤ ਵੱਖ-ਵੱਖ ਕਿਉਂ ਹੈ? ਵਪਾਰੀ ਕਹਿੰਦਾ ਰਾਜਾ ਜੀ, ਜਿਹੜਾ ਅੰਦਰ ਵਾਲਾ ਤੋਤਾ ਹੈ ਉਹਨੇ ਸਾਧਾਂ ਦੀ ਸੰਗਤ ਕੀਤੀ ਹੈ, ਔਰ ਜਿਹੜਾ ਬਾਹਰ ਵਾਲਾ ਤੋਤਾ ਹੈ
ਇਹਨੇ ਚੋਰਾਂ ਦੀ ਸੰਗਤ ਕੀਤੀ ਹੈ। ਰਾਜਾ ਕਹਿੰਦਾ ਵੀ ਤੁਸੀਂ ਮੈਨੂੰ ਦੋਵੇਂ ਤੋਤੇ ਦੇ ਦਿਓ। ਦੋਵੇਂ ਤੋਤੇ ਖਰੀਦ ਕੇ ਲੈ ਜਾਂਦਾ ਹੈ। ਜਿਹਨੇ ਸਾਧਾਂ ਦੀ ਸੰਗਤ ਕੀਤੀ ਹੁੰਦੀ ਹੈ, ਮਹਾਂਪੁਰਖਾਂ ਦੀ ਸੰਗਤ ਕੀਤੀ ਹੁੰਦੀ, ਉਹ ਤੋਤੇ ਨੂੰ ਆਪਣੇ ਜਿੱਥੇ ਉਹਨੇ ਆਰਾਮ ਕਰਨਾ ਹੁੰਦਾ ਹੈ, ਰਾਤ ਵਿਸ਼ਰਾਮ ਕਰਦਾ ਹੈ, ਉਸ ਅੰਦਰ ਰੱਖ ਲੈਂਦਾ ਹੈ। ਜਿਹਨੇ ਚੋਰਾਂ ਦੀ ਸੰਗਤ ਕੀਤੀ ਹੁੰਦੀ ਉਹਨੂੰ ਬਾਹਰ ਗੇਟ ਤੇ ਟੰਗ ਦਿੰਦਾ ਹੈ। ਔਰ ਅੰਮ੍ਰਿਤ ਵੇਲਾ ਹੁੰਦਾ ਹੈ। ਜਿਹਨੇ ਸਾਧਾਂ ਦੀ ਸੰਗਤ ਕੀਤੀ ਹੁੰਦੀ ਉਹ ਤੋਤਾ ਅੰਮ੍ਰਿਤ ਵੇਲੇ ਬੋਲਦਾ ਹੈ, ਰਾਜਨ ਜੀ ਉੱਠੋ, ਅੰਮ੍ਰਿਤ ਵੇਲਾ ਹੋਇਆ ਹੈ, ਇਸ਼ਨਾਨ ਕਰੋ, ਭਜਨ ਬੰਦਗੀ ਕਰੋ। ਰਾਜਾ ਇਹ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਕਹਿੰਦਾ ਵੀ ਮੈਂ ਜਿਹੜੇ ਪੈਸੇ ਖਰਚੇ ਨੇ ਮੇਰਾ ਮੁੱਲ ਮੁੜ ਗਿਆ। ਇਹ ਤੋਤਾ ਮੈਨੂੰ ਰੋਜ਼ ਇਸੇ ਤਰ੍ਹਾਂ ਉਠਾਇਆ ਕਰੇਗਾ। ਇਸ ਤੋਤੇ ਦੇ ਉਠਾਉਣ ਕਾਰਨ ਮੈਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਕਰਾਂਗਾ। ਰਾਜਾ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਭਜਨ ਬੰਦਗੀ ਕਰਦਾ ਹੈ ਔਰ ਬਾਹਰ ਨੂੰ ਜਾਂਦਾ ਹੈ। ਜਦੋਂ ਦੂਜੇ ਤੋਤੇ ਦੇ ਕੋਲ ਜਾਂਦਾ ਹੈ, ਉਹ ਤੋਤਾ ਉੱਚੀ ਉੱਚੀ ਰੌਲਾ ਪਾਉਣ ਲੱਗ ਪੈਂਦਾ, ਕਹਿੰਦਾ ਆ ਗਏ, ਮਾਰ ਗਏ, ਕੱਟ ਗਏ, ਵੱਢ ਗਏ, ਭੱਜ ਜੋ, ਲੈ ਜੋ। ਉਹ ਰਾਜਾ ਬੜਾ ਦੁਖੀ ਹੁੰਦਾ ਹੈ। ਕਹਿੰਦਾ ਅੰਦਰ ਵਾਲੇ ਤੋਤੇ ਨੇ ਤੇ ਮੈਨੂੰ ਅੰਮ੍ਰਿਤ ਵੇਲੇ ਉਠਾਇਆ, ਪਰ ਇਹ ਹੋਰ ਹੀ ਗੱਲਾਂ ਕਰੀ ਜਾਂਦਾ ਹੈ। ਰਾਜਾ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਕਿ ਤੋਤੇ ਨੂੰ ਮਾਰ ਦਿਓ। ਜਦੋਂ ਤੋਤੇ ਨੂੰ ਮਾਰਨ ਲੱਗਦੇ ਨੇ, ਅੰਦਰ ਵਾਲਾ ਤੋਤਾ ਬੋਲਦਾ ਹੈ, ਕਹਿੰਦਾ ਰਾਜਾ ਜੀ ਇਹਨੂੰ ਨਾ ਮਾਰੋ, ਇਹ ਮੇਰਾ ਭਰਾ ਹੈ, ਮੇਰੀ ਸੰਗਤ ਕਰਕੇ ਇਹ ਮੇਰੇ ਵਰਗਾ ਹੀ ਹੋ ਜਾਵੇਗਾ। ਔਰ ਸੰਗਤ ਜੀ, ਭਾਈ ਸਾਹਿਬ ਭਾਈ ਗੁਰ ਅਸੀਸ ਸਿੰਘ ਜੀ, ਜਿਨ੍ਹਾਂ ਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਦੇ ਨਾਲ ਬਹੁਤ ਸਨੇਹ ਪ੍ਰੇਮ ਹੈ। ਬੜੇ ਲੰਮੇ ਸਮੇਂ ਤੋਂ ਇਹਨਾਂ ਦਾ ਆਪਸ ਵਿੱਚ ਪ੍ਰੇਮ ਹੈ। ਔਰ ਸਿੰਘ ਸਾਹਿਬ ਜੀ ਦੀ ਪ੍ਰੇਰਨਾ ਦੇ ਸਦਕਾ ਭਾਈ ਗੁਰ ਅਸੀਸ ਸਿੰਘ ਪਿਛਲੇ ਦਿਨੀ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਏ। ਅੰਮ੍ਰਿਤ ਛਕ ਕੇ ਸਿੰਘ ਸੱਜੇ ਨੇ। ਉਹਨਾਂ ਨੂੰ ਨਵੇਂ ਘਰ ਦੀਆਂ ਵੀ ਔਰ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣ ਦੀਆਂ ਵੀ ਬਹੁਤ ਬਹੁਤ ਵਧਾਈਆਂ ਹਨ। ਖਾਲਸਾ ਪਦ ਦਾ ਅਰਥ ਅਰਬੀ ਦੇ ਵਿੱਚ ਸ਼ੁੱਧ ਹੈ ਔਰ ਫਾਰਸੀ ਦੇ ਵਿੱਚ ਖਾਲਸੇ ਨੂੰ ਜਿਹੜਾ ਕਹਿੰਦੇ ਨੇ ਉਹ ਆਜ਼ਾਦ ਪਸੰਦ ਕਹਿੰਦੇ ਨੇ। ਔਰ ਖਾਲਸਾ ਪਦ ਦੇ ਅਰਥ ਭਗਤ ਕਬੀਰ ਜੀ ਨੇ ਗੁਰਬਾਣੀ ਜੀ ਦੇ ਵਿੱਚ ਵੀ ਲਿਖੇ ਹਨ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਔਰ ਜੋ ਖਾਲਸੇ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ, ਵਾਹਿਗੁਰੂ ਦਾ ਰੂਪ ਹੈ, ਉਹ ਗੁਰਬਾਣੀ ਜੀ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਹੈ। ਵੈਸੇ ਤਾਂ ਵਾਹਿਗੁਰੂ ਦਾ ਕੋਈ ਰੂਪ ਨਹੀਂ ਹੈ। ਨਿਰਗੁਣ ਸਰੂਪ ਦੇ ਵਿੱਚ ਸਤਿਗੁਰੂ ਜੀ ਲਿਖਦੇ ਹਨ। ਜਾਪ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਚੱਕਰ ਚਿਹਨਾਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤਨ ਭਉ ਪ੍ਰਕਾਸ਼ ਸਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤਵੈ, ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਔਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਫਰਮਾਉਂਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਪਰ ਜਦੋਂ ਸਰਗੁਣ ਸਰੂਪ ਦੇ ਵਿੱਚ ਸਤਿਗੁਰੂ ਜੀ ਦਰਸ਼ਨ ਦਿੰਦੇ ਹਨ, ਸਤਿਗੁਰਾਂ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਦਰਸ਼ਨ ਦਿੰਦੇ ਹਨ। ਸਤਿਗੁਰੂ ਜੀ ਲਿਖਦੇ ਹਨ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਇਹ ਵੀ ਲਿਖਦੇ ਹਨ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਔਰ ਭਗਤ ਨਾਮਦੇਵ ਜੀ ਨੂੰ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੁੰਦੇ ਹਨ, ਲਿਖਦੇ ਹਨ, ਖੂਬ ਤੇਰੀ ਪਗੜੀ, ਮੀਠੇ ਤੇਰੇ ਬੋਲ। ਗੁਰਬਾਣੀ ਦੇ ਵਿੱਚ ਦੁਮਾਲਾ ਸ਼ਬਦ ਵੀ ਆਇਆ ਹੈ। ਔਰ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇਹ ਵੀ ਲਿਖਿਆ ਹੈ, ਸਾਬਤ ਸੂਰਤ ਦਸਤਾਰ ਸਿਰਾ। ਗੁਰਬਾਣੀ ਦੇ ਵਿੱਚ ਫਤਿਹ ਸ਼ਬਦ ਵੀ ਆਇਆ ਹੈ। ਗੁਰਬਾਣੀ ਦੇ ਵਿੱਚ ਵਾਹਿਗੁਰੂ ਸ਼ਬਦ ਵੀ ਆਇਆ ਹੈ। ਸਤ ਸਾਜ ਸ੍ਰੀ ਨਿਵਾਸ ਸਾਤ ਪੁਰਖ ਸਦਾ ਤੁਹੀ, ਵਾਹਿਗੁਰੂ 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 ਵਾਹਿ ਜੀਓ। ਜਿਹੜਾ ਸਰੂਪ ਪਰਮੇਸ਼ਰ ਵਾਹਿਗੁਰੂ ਦਾ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ, ਉਹੀ ਸਰੂਪ ਖਾਲਸੇ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਇਸੇ ਕਰਕੇ ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਦੇ ਨਾਲ ਖਾਲਸਾ ਪ੍ਰਗਟਿਆ ਹੈ। ਔਰ ਖਾਲਸਾ ਪੰਥ ਦੇ ਵਿੱਚ ਭਾਈ ਗੁਰ ਅਸੀਸ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਹੈ, ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹਨ। ਇਸ ਗੱਲ ਦੀਆਂ ਵੀ ਭਾਈ ਗੁਰ ਅਸੀਸ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ, ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਔਰ ਜੋ ਨਵੇਂ ਘਰ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੇ ਹਨ, ਇਹਦੀਆਂ ਵੀ ਬਹੁਤ ਬਹੁਤ ਵਧਾਈਆਂ।
ਹੁਣ ਮੈਂ ਬੇਨਤੀ ਕਰਾਂ, ਸਾਡੇ ਬਹੁਤ ਹੀ ਸਤਿਕਾਰਯੋਗ